Dear student, today we will discuss the first application of dimensional analysis. ਜੋ ਅਸੀਂ ਡਿਮੈਂਸ਼ਨ ਬਾਰੇ ਪੜਿਆ ਅੱਜ ਅਸੀਂ ਜਿਹੜੀ ਹੈ ਉਹਦੀ ਪਹਿਲੀ ਐਪਲੀਕੇਸ਼ਨ ਅਸੀਂ ਸਟੱਡੀ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਕਰੈਕਟਨੈਸ ਆਫ ਅ ਫਿਜ਼ੀਕਲ ਇਕੁਏਸ਼ਨ। ਡਿਮੈਂਸ਼ਨ ਦਾ ਪਹਿਲਾ ਜਿਹੜਾ ਹੈ ਫਾਇਦਾ ਹੈ ਕਿ ਸਾਨੂੰ ਕੋਈ ਵੀ ਇਕੁਏਸ਼ਨ ਦਿੱਤੀ ਹੋਵੇ, ਕੋਈ ਵੀ ਸਾਨੂੰ ਜਿਹੜਾ ਹੈ ਕੋਈ ਫਾਰਮੂਲਾ ਗਿਵਨ ਹੈ, ਕੋਈ ਫਿਜ਼ੀਕਲ ਇਕੁਏਸ਼ਨ ਹੈ, ਅਸੀਂ ਚੈੱਕ ਕਰ ਸਕਦੇ ਹਾਂ ਕਿ whether the formula is correct or incorrect। ਅੱਜ ਅਸੀਂ ਇਹਦੇ ਉੱਪਰ ਜਿਹੜੇ ਨੇ 6 ਸਮ ਲਿਖੇ ਆ, ਇਹਨਾਂ ਨੂੰ ਅਸੀਂ ਸੋਲਵ ਕਰਾਂਗੇ। ਆਓ ਸਭ ਨਾਲ ਪਹਿਲਾਂ ਅਸੀਂ ਫਸਟ ਸਮ ਦੇਖਦੇ ਹਾਂ। ਇਸ ਸਮ ਦੇ ਵਿੱਚ ਹਾਫ mv² equal to mgh ਇੱਕ ਫਾਰਮੂਲਾ ਹੈ ਜਿਸ ਨੂੰ ਅਸੀਂ ਬੋਲਦੇ ਹਾਂ ਫਿਜ਼ੀਕਲ ਇਕੁਏਸ਼ਨ। ਕੋਈ ਵੀ ਫਾਰਮੂਲਾ ਸਾਨੂੰ ਦੇ ਦਿੱਤਾ, ਅਸੀਂ ਹੁਣ ਚੈੱਕ ਕਰਨਾ ਹੈ ਕਿ ਇਹ ਫਾਰਮੂਲਾ ਜਿਹੜਾ ਹੈ ਕਰੈਕਟ ਹੈ ਵੀ ਕਿ ਨਹੀਂ ਹੈ। ਇਸ ਨੂੰ ਅਸੀਂ ਚੈੱਕ ਕਿਸ ਤਰ੍ਹਾਂ ਕਰਾਂਗੇ? ਅਸੀਂ ਇੱਕ ਪ੍ਰਿੰਸੀਪਲ ਪੜਿਆ ਸੀ, ਪ੍ਰਿੰਸੀਪਲ ਆਫ ਹੋਮੋਜੀਨਿਟੀ। ਉਸ ਪ੍ਰਿੰਸੀਪਲ ਦੇ ਅਕੋਰਡਿੰਗ ਫਾਰਮੂਲਾ ਕਰੈਕਟ ਤਾਂ ਹੁੰਦਾ ਹੈ ਜੇਕਰ ਉਹਦੀਆਂ ਜਿੰਨੀਆਂ ਵੀ ਟਰਮਸ ਨੇ ਸਾਰਿਆਂ ਦੀ ਜਿਹੜੀ ਡਾਈਮੈਂਸ਼ਨ ਹੈ ਉਹ ਸੇਮ ਹੋਵੇ। ਹੁਣ ਜੇ ਅਸੀਂ ਇਸ ਫਾਰਮੂਲੇ ਦੀ ਗੱਲ ਕਰੀਏ, ਲੈਫਟ ਸਾਈਡ ਦੇ ਉੱਤੇ ਸਾਡੇ ਕੋਲ ਹਾਫ mv², ਦਿਸ ਇਜ਼ ਦਾ ਸਿੰਗਲ ਟਰਮ, ਤੇ ਰਾਈਟ ਸਾਈਡ ਤੇ ਵੀ ਸਾਡੇ ਕੋਲ ਇੱਕ ਟਰਮ ਹੈ mgh। ਜੇ ਇਹਦੀ ਡਾਈਮੈਂਸ਼ਨ ਤੇ ਇਹਦੀ ਡਾਈਮੈਂਸ਼ਨ ਸੇਮ ਹੋ ਗਈ ਫਿਰ ਅਸੀਂ ਕਹਾਂਗੇ ਕਿ ਇਹ ਜਿਹੜਾ ਫਾਰਮੂਲਾ ਹੈ ਇਹ ਕਰੈਕਟ ਹੈ ਡਾਈਮੈਂਸ਼ਨਲੀ। ਡਾਈਮੈਂਸ਼ਨ ਦੇ ਅਕੋਰਡਿੰਗ ਇਹ ਫਾਰਮੂਲਾ ਕਰੈਕਟ ਹੈ। ਇਸੇ ਤਰੀਕੇ ਨਾਲ ਦੂਸਰਾ ਫਾਰਮੂਲਾ ਰੋ ਡੈਂਸਿਟੀ, ਜੇ ਇਹਦੀ ਡਾਈਮੈਂਸ਼ਨ ਤੇ ਇਸ ਟਰਮ ਦੀ ਡਾਈਮੈਂਸ਼ਨ ਇਕੁਅਲ ਆ ਗਈ ਤਾਂ ਅਸੀਂ ਬੋਲਾਂਗੇ ਇਹ ਫਾਰਮੂਲਾ ਵੀ ਡਾਈਮੈਂਸ਼ਨਲੀ ਕਰੈਕਟ ਹੈ। ਸਿਮਿਲਰਲੀ ਅਸੀਂ ਬਾਕੀ ਫਾਰਮੂਲੇ ਇਸੇ ਤਰੀਕੇ ਨਾਲ ਅਸੀਂ ਜਿਹੜਾ ਹੈ ਆਪਾਂ ਪ੍ਰੂਵ ਕਰ ਸਕਦੇ ਹਾਂ ਕਿ whether they are correct or incorrect. Now start from the first one. Here 1/2 is a number, ਇਹਦੀ ਕੋਈ ਵੀ ਡਾਈਮੈਂਸ਼ਨ ਨਹੀਂ ਹੈ, ਇਟ ਇਜ਼ ਅ ਕਾਂਸਟੈਂਟ। ਕੋਈ ਵੀ ਇੰਟੀਜਰ ਹੈ, ਨੈਚੁਰਲ ਨੰਬਰ ਹੈ, ਇਹਦੀ ਕੋਈ ਵੀ ਡਾਈਮੈਂਸ਼ਨ ਜਿਹੜੀ ਹੈ ਨਹੀਂ ਹੁੰਦੀ। ਨਾਓ m is the mass। ਜਦੋਂ ਤੁਹਾਨੂੰ ਨਿਊਮੈਰੀਕਲ ਆਏਗਾ ਉਹਦੇ ਵਿੱਚ ਤੁਹਾਨੂੰ ਇਹਨਾਂ ਦੇ ਮੀਨਿੰਗ ਦਿੱਤੇ ਹੋਣਗੇ ਕਿ m ਕੀ ਚੀਜ਼ ਹੈ, ਕੈਪੀਟਲ G ਕੀ ਹੈ, ਕੈਪੀਟਲ R ਕੀ ਚੀਜ਼ ਹੈ। ਇਹਨਾਂ ਸਾਰਿਆਂ ਦੀ ਜਿਹੜੀ ਹੈ ਇਹਨਾਂ ਦੇ ਮੀਨਿੰਗ ਤੁਹਾਨੂੰ ਨਿਊਮੈਰੀਕਲ ਦੇ ਵਿੱਚ ਗਿਵਨ ਹੋਣਗੇ। ਨਾਓ m is the mass, v velocity, g acceleration due to gravity and h is the height। ਅਸੀਂ ਕਿਵੇਂ ਚੈੱਕ ਕਰਾਂਗੇ? ਫਸਟ ਆਫ ਆਲ ਇੱਕ ਲਾਈਨ ਲਿਖਾਂਗੇ ਅਸੀਂ ਪਹਿਲਾਂ, ਡਾਈਮੈਂਸ਼ਨ ਆਫ ਲੈਫਟ ਹੈਂਡ ਸਾਈਡ। ਪਹਿਲਾਂ ਅਸੀਂ ਲੈਫਟ ਹੈਂਡ ਸਾਈਡ ਦੀ ਡਾਈਮੈਂਸ਼ਨ ਨਿਕਾਲਾਂਗੇ। ਇਹਦੀ ਡਾਈਮੈਂਸ਼ਨ ਕਿਹੜੀ ਆਏਗੀ? ਹਾਫ ਦੀ ਡਾਈਮੈਂਸ਼ਨ ਕੋਈ ਨਹੀਂ ਆਏਗੀ, ਸਾਡੇ ਕੋਲ ਕੱਲੀ ਮਾਸ ਦੀ ਡਾਈਮੈਂਸ਼ਨ ਜਿਹੜੀ ਹੈ ਸਾਡੇ ਕੋਲ m1। ਕਲੀਅਰ? ਨਾਓ ਵਾਟ ਇਜ਼ v? ਇਹਨੂੰ ਭਾਵੇਂ ਸਪੀਡ ਮੰਨੋ ਜਾਂ ਵੈਲੋਸਿਟੀ, ਡਾਈਮੈਂਸ਼ਨ ਸੇਮ ਹੈ। ਸਾਡੇ ਕੋਲ ਆ ਜਾਏਗੀ m0 l1 t -1। ਦਿਸ ਇਜ਼ ਦਾ ਡਾਈਮੈਂਸ਼ਨ ਆਫ ਵੈਲੋਸਿਟੀ। ਇਹਦੇ ਉੱਪਰ ਸਕੁਅਰ ਹੈ, ਅਸੀਂ ਨਾਲ ਇੱਥੇ ਉੱਤੇ ਸਕੁਅਰ ਪਾ ਦਾਂਗੇ। ਨਾਓ ਇਹਨੂੰ ਅਸੀਂ ਸੋਲਵ ਕਰਦੇ ਹਾਂ। ਇਹ ਸਕੁਅਰ ਇਹਨਾਂ ਦੇ ਨਾਲ ਮਲਟੀਪਲਾਈ ਹੋਏਗਾ। ਸਾਡੇ ਕੋਲ ਕੀ ਆਏਗਾ? 2 ਨੂੰ 0 ਨਾਲ ਕਰਾਂਗੇ 0, 2 ਨੂੰ 1 ਨਾਲ ਮਲਟੀਪਲਾਈ ਕਰਾਂਗੇ 2, 2 ਨੂੰ ਜਦੋਂ ਅਸੀਂ -1 ਨਾਲ ਮਲਟੀਪਲਾਈ ਕਰਾਂਗੇ ਸਾਡੇ ਕੋਲ -2। ਨਾਓ m ਵਾਲੀਆਂ ਟਰਮਾਂ ਇਕੱਠੀਆਂ ਕਰੀਏ, m1 ਇੱਥੇ 0 ਹੀ ਰਹੇਗਾ, m1 ਅੱਗੇ ਆ ਗਿਆ l, 2 into 1 ਉੱਪਰ ਆ ਗਿਆ 2, t ਦੇ ਉੱਪਰ ਵੀ ਜਿਹੜੀ ਸਾਡੀ ਪਾਵਰ ਆਏਗੀ ਸਕੁਅਰ ਹੋ ਕੇ ਸਾਡੇ ਕੋਲ ਆ ਜਾਏਗਾ -2। This is the dimension of left hand side, m1 l2 t -2. Now the second one is dimension of
ਅਸੀਂ ਨਿਕਾਲਾਂਗੇ ਹੁਣ ਰਾਈਟ ਹੈਂਡ ਸਾਈਡ ਦੀ। ਇਹਦੀ ਵੀ ਅਸੀਂ ਡਾਇਮੈਂਸ਼ਨ ਜਿਹੜੀ ਹੈ ਉਹ ਚੈੱਕ ਕਰਦੇ ਹਾਂ। ਬਲੈਕ ਬੋਰਡ ਤੇ ਥੋੜੀ ਜਗ੍ਹਾ ਜਿਹੜੀ ਘੱਟ ਹੈ, ਪਹਿਲਾਂ ਮੈਂ ਕੁਐਸਚਨ ਲਿਖ ਲਿਆ ਟਾਈਮ ਬਚਾਉਣ ਵਾਸਤੇ। ਹਾਊ ਡਾਇਮੈਂਸ਼ਨ ਆਫ ਰਾਈਟ ਹੈਂਡ ਸਾਈਡ, ਇੱਥੇ ਲਿਖੋਗੇ ਪਹਿਲਾਂ ਤੁਸੀਂ dimension of right hand side equal to, now m is a mass, ਇੱਥੇ ਆ ਜਾਏਗਾ ਸਾਡੇ ਕੋਲ m1, g acceleration due to gravity, ਇਹਦੀ ਆ ਜਾਏਗੀ m0 l1 t minus 2, acceleration due to gravity ਹੈਗੀ ਤੇ acceleration ਹੀ ਹੈ, ਜਿਹੜੀ ਮਰਜ਼ੀ acceleration ਹੋਵੇ ਹਮੇਸ਼ਾ ਉਹਦੀ ਜਿਹੜੀ ਡਾਇਮੈਂਸ਼ਨ ਜਿਹੜੀ ਹੈ ਉਹ ਸੇਮ ਆਏਗੀ m0 l1 t minus 2। ਅੱਗੇ ਆ ਗਿਆ ਨਾਲ ਹਾਈਟ ਵਾਸਤੇ ਸਾਡੇ ਕੋਲ ਡਾਇਮੈਂਸ਼ਨ ਆ ਜਾਏਗੀ ਲੈਂਥ ਦੀ l ਉੱਪਰ 1। ਇਹਨੂੰ ਜੇ ਅਸੀਂ ਸੋਲਵ ਕਰਦੇ ਆ ਸਾਡੇ ਕੋਲ m ਵਾਲੀਆਂ ਪਾਵਰਾਂ ਇਕੱਠੀਆਂ ਕਰੋ, m ਉੱਪਰ 1 ਆ ਜਾਏਗਾ। ਨਾਓ l1 ਇੱਕ l1 ਆ ਹੋ ਗਿਆ, ਸਾਡੇ ਕੋਲ ਆ ਗਿਆ l2 ਤੇ ਸਾਡੇ ਕੋਲ ਆ ਗਿਆ t ਦੀ ਪਾਵਰ -2। This is the dimension of right hand side m1 l2 t minus 2। left hand side ਦੀ dimension m1 l2 t minus 2 ਤੇ right hand side ਦੀ dimension ਵੀ ਦੇਖੋ m1 l2 t minus 2। It means this formula is dimensionally correct। एक लाइन लिखोगे since the dimension of left hand side is equal to dimension of right hand side, hence the formula is dimensionally correct। ਸਾਡੇ ਕੋਲ ਆਪਣਾ formula है वो correct होएगा। now come to second problem, ਇਸ ਨੂੰ ਮੈਂ ਰੱਬ ਕਰਨ ਲੱਗਾ। now second problem ਦੇ ਵਿੱਚ ਅਸੀਂ ਪਹਿਲਾਂ dimension ਨਿਕਾਲਾਂਗੇ ਰੋ ਦੀ। ਜਿਹੜਾ ਮੈਂ ਪਹਿਲੀ ਵਾਰੀ ਤਰੀਕਾ ਦੱਸਿਆ ਤੁਸੀਂ ਇਸ ਤਰ੍ਹਾਂ ਹੀ ਕਾਪੀ ਦੇ ਉੱਪਰ ਸੋਲਵ ਕਰਨੇ ਨੇ, ਪਰ ਮੈਂ ਹੁਣ ਸਿੱਧੇ ਕਰਨ ਲੱਗਾ। ਹੁਣ ਡਾਇਮੈਂਸ਼ਨ ਅਸੀਂ ਪਹਿਲਾਂ ਕਰਦੇ ਹਾਂ ਰੋ ਦਾ ਮਤਲਬ ਡੈਂਸਿਟੀ ਦੀ ਡਾਇਮੈਂਸ਼ਨ ਜਿਹੜੀ ਹੈ ਸਾਨੂੰ ਪਤਾ ਹੈ ਕਿ ਮਾਸ ਓਵਰ ਵੋਲਿਊਮ, ਡੈਂਸਿਟੀ ਦਾ ਫਾਰਮੂਲਾ ਮਾਸ ਓਵਰ ਵੋਲਿਊਮ m1 l -3 ਤੇ ਸਾਡੇ ਕੋਲ ਆ ਜਾਏਗਾ t0। ਪਹਿਲਾਂ ਸਾਨੂੰ ਡਾਇਮੈਂਸ਼ਨ ਸਾਰੀਆਂ ਟਰਮਸ ਦੀਆਂ ਪਤਾ ਹੋਣੀ ਚਾਹੀਦੀਆਂ ਨੇ, ਉਸ ਤੋਂ ਬਾਅਦ ਹੀ ਤੁਸੀਂ ਜਿਹੜਾ ਇਸ ਲੈਕਚਰ ਦੇ ਵਿੱਚ ਜੋ ਅਸੀਂ ਸਿੱਖਣਾ ਨਾ ਤਾਂ ਹੀ ਕਰ ਪਾਓਗੇ। ਪਹਿਲਾਂ ਆਪਣੀ ਜਿਹੜੀ ਆ ਕਮਾਂਡ ਪੂਰੀ ਬਣਾਓ ਡਾਇਮੈਂਸ਼ਨ ਦੇ ਉੱਪਰ। ਨਾਓ ਦਿਸ ਇਜ਼ ਦਾ ਡਾਇਮੈਂਸ਼ਨ ਆਫ ਡੈਂਸਿਟੀ m1 l -3 ਮਾਸ ਓਵਰ ਵੋਲਿਊਮ। ਨਾਓ ਇਹਦੀ ਵੀ ਅਸੀਂ ਡਾਇਮੈਂਸ਼ਨ ਹੁਣ ਅਸੀਂ ਚੈੱਕ ਕਰਦੇ ਹਾਂ। ਵਾਟ ਇਜ਼ ਦਾ ਡਾਇਮੈਂਸ਼ਨ ਆਫ 3? ਇਟ ਇਜ਼ ਅ ਕਾਂਸਟੈਂਟ, ਕੋਈ ਡਾਇਮੈਂਸ਼ਨ ਨਹੀਂ। ਵਾਟ ਇਜ਼ ਦਾ ਡਾਇਮੈਂਸ਼ਨ ਆਫ 4? ਇਟ ਇਜ਼ ਆਲਸੋ ਅ ਕਾਂਸਟੈਂਟ। ਪਾਈ ਦੀ ਵੈਲਿਊ ਸਾਨੂੰ ਪਤਾ ਹੈ 22/7 ਹੈ, ਇਹਦੀ ਵੀ ਕੋਈ ਡਾਇਮੈਂਸ਼ਨ ਨਹੀਂ। ਸਿਰਫ ਡਾਇਮੈਂਸ਼ਨ ਆਏਗੀ ਆ 3 ਟਰਮਸ ਦੀ, r ਰੇਡੀਅਸ, g acceleration due to gravity and capital G is the universal gravitational constant। now dimension ਅਸੀਂ ਪੁੱਟ ਕਰਨ ਲੱਗੇ ਹਾਂ ਪਹਿਲਾਂ g ਦੀ ਆਪਾਂ ਹੁਣੇ ਪੜ੍ਹੀ ਆ ਕਿ m0 l1 t -2। this is the dimension of acceleration l1 t -2 divided by r is the radius of earth, radius ਦੀ dimension ਵੀ ਸਾਡੇ ਕੋਲ l ਹੀ ਆਏਗੀ। now what is g is the universal gravitational constant। ਵੈਸੇ ਤੇ ਇਹਦੀ dimension ਤੁਹਾਨੂੰ ਜਿਹੜੀ ਹੈ ਜ਼ੁਬਾਨੀ ਯਾਦ ਹੋਣੀ ਚਾਹੀਦੀ ਹੈ, ਜੇ ਨਹੀਂ ਯਾਦ ਤੇ ਅਸੀਂ ਨਿਕਾਲ ਲਈ ਕਿੱਥੋਂ ਸੀ। ਸਾਨੂੰ ਪਤਾ ਹੈ ਕਿ ਜਿਹੜਾ g ਦਾ ਜਿਹੜਾ ਫਾਰਮੂਲਾ ਹੈ ਸਾਡੇ ਕੋਲ ਕੀ ਹੈਗਾ f(r²) divided by m1 m2। ਇਥੋਂ ਅਸੀਂ ਕੈਪੀਟਲ G ਦੀ ਡਾਇਮੈਂਸ਼ਨ ਨਿਕਾਲਾਂਗੇ। ਫੋਰਸ ਰੇਡੀਅਸ ਸਕੁਅਰ, ਫੋਰਸ ਦੀ ਡਾਇਮੈਂਸ਼ਨ m1 l1 t -2, radius ਦੀ ਡਾਇਮੈਂਸ਼ਨ l2, radius sorry it is a distance between the two body center to center। ਨੀਚੇ ਆ ਜਾਏਗਾ m, ਇੱਕ ਹੋਰ m ਆ ਗਿਆ, ਸਾਡੇ ਕੋਲ ਪਾਵਰ ਇਹਦੀ ਵੀ 1 ਹੈ, ਇਹਦੀ ਵੀ 1 ਹੈ। ਨਾਓ ਡਾਇਮੈਂਸ਼ਨ ਕਿੰਨੀ ਆਏਗੀ ਸਾਡੇ ਕੋਲ m ਉੱਤੇ -1, m1 ਥੱਲੇ m2, m ਉੱਪਰ 2 ਉੱਪਰ ਜਾਏਗਾ ਤੇ ਪਾਵਰ ਇੱਕ ਮਾਈਨਸ ਹੋ ਜਾਏਗੀ। ਨਾਓ l ਉੱਪਰ ਸਾਡੇ ਕੋਲ 1 ਤੇ ਇਧਰੋਂ 2, l3 ਤੇ t -2। this is the dimension of g, ਕੈਪੀਟਲ G। ਇਹ ਯਾਦ ਰੱਖਣਾ ਹੈ ਕਿ ਸਾਡੇ ਕੋਲ
G ही है कैपिटल ऐसा ਜਿਹਦੇ M ਦੇ ਉੱਤੇ ਜਿਹੜੀ ਪਾਵਰ ਹੈ ਨਾ ਤਕਰੀਬਨ ਨੈਗੇਟਿਵ ਆਉਂਦੀ ਹੈ। ਨਾਓ ਇੱਥੇ ਅਸੀਂ ਡਾਈਮੈਂਸ਼ਨ ਪੁੱਟ ਕਰ ਦਾਂਗੇ, ਸਾਡੇ ਕੋਲ ਆ ਜਾਏਗਾ M-1 L3 ਤੇ T ਉੱਤੇ ਆ ਜਾਏਗਾ ਸਾਡੇ ਕੋਲ -2। ਇੱਥੇ ਮੈਨੂੰ ਨਿਕਾਲਣੀ ਪਈ ਤੇ ਤੁਸੀਂ ਦੇਖਿਆ ਥੋੜਾ ਟਾਈਮ ਲੱਗਾ, ਇਸ ਕਰਕੇ ਪੇਪਰ ਦੇ ਵਿੱਚ ਸਾਡੇ ਕੋਲ ਟਾਈਮ ਦੀ ਕਮੀ ਹੁੰਦੀ ਹੈ ਤੇ ਸਾਨੂੰ ਕੁਝ ਮੇਨ ਕਨਸਟੈਂਟਸ ਜਿਹੜੇ ਨੇ ਡਾਈਮੈਂਸ਼ਨਲ ਕਨਸਟੈਂਟ ਉਹਨਾਂ ਦੀ ਡਾਈਮੈਂਸ਼ਨ ਸਾਨੂੰ ਯਾਦ ਰੱਖਣੀ ਪਏਗੀ। ਨਾਓ ਇਹਨੂੰ ਸੋਲਵ ਕਰਦੇ ਹਾਂ। ਹਾਂਜੀ, ਕਿਸ ਤਰ੍ਹਾਂ ਸੋਲਵ ਕਰੋਗੇ? ਪਹਿਲਾਂ m ਵਾਲੀ ਟਰਮਾਂ ਦੇਖੋ, ਉੱਪਰ ਤੇ 0 ਹੈ, ਇਹ -1 ਉੱਪਰ ਜਾਏਗਾ, ਉੱਪਰ ਜਾ ਕੇ ਹੋ ਗਿਆ +1। ਸਾਡੇ ਕੋਲ ਮੈਂ ਇਧਰ ਸਾਈਡ ਤੇ ਲਿਖਣ ਲੱਗਾ, ਸਾਡੇ ਕੋਲ ਆ ਗਿਆ m1, ਇਹ -1 ਉੱਪਰ ਜਾ ਕੇ ਪਲੱਸ ਹੋ ਗਿਆ। ਲੈਂਥ 1 ਇਹ ਤੇ ਕੈਂਸਲ ਹੋ ਗਈ, L1 ਕੈਂਸਲ। ਆ L3 ਜਿਹੜਾ ਹੈ ਉੱਪਰ ਜਾਏਗਾ ਤੇ ਉੱਪਰ ਜਾ ਕੇ ਸਾਡੇ ਕੋਲ -3 ਹੋ ਜਾਏਗਾ। this L cube it will become L -cube, length na length cancel. now what is this? T -2 ਇਹ ਵੀ ਜਿਹੜਾ ਹੈ ਆਪਸ ਵਿੱਚ ਕੈਂਸਲ ਹੋ ਜਾਏਗਾ, ਸਾਡੇ ਕੋਲ ਆਏਗਾ T0। now ਚੈੱਕ ਕਰੀਏ, ਲੈਫਟ ਸਾਈਡ ਦੀ ਡਾਈਮੈਂਸ਼ਨ ਜਿਹੜੀ ਹੈ ਡੈਂਸਿਟੀ M1 L-3 T0, ਰਾਈਟ ਸਾਈਡ ਵਾਲੀ ਟਰਮ ਦੀ ਅਸੀਂ ਸਾਰਿਆਂ ਦੀ ਡਾਈਮੈਂਸ਼ਨ ਸਬਸਟੀਟਿਊਟ ਕਰਕੇ ਬਾਅਦ ਚ ਸੋਲਵ ਕੀਤਾ, ਸਾਡੇ ਕੋਲ ਆਨਸਰ ਆਇਆ ਇਹ ਦੋਨਾਂ ਦੀ ਡਾਈਮੈਂਸ਼ਨ ਦੇਖੋ, ਲੈਫਟ ਹੈਂਡ ਸਾਈਡ ਤੇ ਰਾਈਟ ਹੈਂਡ ਸਾਈਡ ਦੀ ਡਾਈਮੈਂਸ਼ਨ ਇਕੁਅਲ ਹੈ। ਇਟ ਮੀਨਸ ਦਿਸ ਫਾਰਮੂਲਾ ਇਜ਼ ਡਾਈਮੈਂਸ਼ਨਲੀ ਕਰੈਕਟ ਆਲਸੋ। ਇਹ ਵੀ ਜਿਹੜਾ ਸਾਡਾ ਫਾਰਮੂਲਾ ਜਿਹੜਾ ਹੈ ਡਾਈਮੈਂਸ਼ਨਲੀ ਉਹ ਕਰੈਕਟ ਹੈ। ਕਾਂਸਟੈਂਟ ਦੀ ਕੋਈ ਡਾਈਮੈਂਸ਼ਨ ਨਹੀਂ ਹੁੰਦੀ, ਪਾਈ ਦੀ ਕੋਈ ਡਾਈਮੈਂਸ਼ਨ ਨਹੀਂ ਹੈ, log x ਦੀ ਕੋਈ ਡਾਈਮੈਂਸ਼ਨ ਨਹੀਂ ਹੈ, sin x, tan x, cos x ਜਿੰਨੇ ਵੀ ਨੇ ਇਹਨਾਂ ਦੀ ਕੋਈ ਡਾਈਮੈਂਸ਼ਨ ਨਹੀਂ ਹੈ, ਬਿਕੋਜ਼ ਦੇ ਆਰ ਜਸਟ ਨੰਬਰ। ਐਂਗਲ ਦੀ ਕੋਈ ਡਾਈਮੈਂਸ਼ਨ ਨਹੀਂ ਹੈ, ਜੇ ਐਂਗਲ ਦੀ ਡਾਈਮੈਂਸ਼ਨ ਨਹੀਂ ਹੈ ਤੇ cos ਥੀਟਾ, ਜੇ ਥੀਟਾ ਦੀ ਡਾਈਮੈਂਸ਼ਨ ਨਹੀਂ ਹੈ ਤੇ cos ਥੀਟਾ ਦੀ ਵੀ ਨਹੀਂ ਆਏਗੀ, tan ਥੀਟਾ ਦੀ ਨਹੀਂ ਆਣੀ, sin ਥੀਟਾ ਦੀ ਨਹੀਂ ਆਣੀ, log x ਦੀ ਨਹੀਂ ਆਣੀ, e ਦੀ ਪਾਵਰ x ਹੈ, ਇਹਨਾਂ ਕਿਸੇ ਦੀ ਡਾਈਮੈਂਸ਼ਨ ਜਿਹੜੀ ਹੈ ਉਹ ਨਹੀਂ ਹੁੰਦੀ। ਨਾਓ ਕਮ ਟੂ ਪ੍ਰੋਬਲਮ ਨੰਬਰ 3। ਇਹਦੇ ਵਿੱਚ ਵੀ ਅਸੀਂ ਜਿਹੜਾ ਹੈ ਚੈੱਕ ਕਰਨਾ ਹੈ ਕਿ whether this formula is dimensionally correct or not. What is H? H is the height of liquid in a tube. ਇੱਕ ਟਿਊਬ ਹੁੰਦੀ ਹੈ ਸਾਡੇ ਕੋਲ, ਕੈਪਿਲਰੀ ਟਿਊਬ ਬੋਲਦੇ ਆ। ਜਦੋਂ ਟਿਊਬ ਨੂੰ ਅਸੀਂ ਦੋਨੋਂ ਐਂਡਸ ਟਿਊਬ ਦੇ ਜਿਹੜੇ ਨੇ ਉੱਪਰੋਂ ਤੇ ਥੱਲੋਂ ਓਪਨ ਹੁੰਦੇ ਆ, ਇੱਕ ਟਿਊਬ ਹੈ, ਪਾਈਪ ਹੈ, ਮੰਨ ਲਓ ਬਹੁਤ ਬਰੀਕ ਪਾਈਪ ਹੁੰਦੀ ਹੈ, ਟਿਊਬ ਹੈ, ਫਾਈਨ ਬੋਰ, ਉਹਦਾ ਸ਼ੇਪ ਜਿਹੜਾ ਨਜ਼ਰ ਨਹੀਂ ਆਏਗਾ। ਜਦੋਂ ਉਸ ਟਿਊਬ ਨੂੰ ਤੁਸੀਂ ਲਿਕੁਇਡ ਵਿੱਚ ਡਿਪ ਕਰਦੇ ਹੋ ਨਾ ਇਸ ਤਰ੍ਹਾਂ, ਤੇ ਲਿਕੁਇਡ ਜਿਹੜਾ ਹੈ ਟਿਊਬ ਦੇ ਵਿੱਚ ਰਾਈਜ਼ ਹੁੰਦਾ ਹੈ, ਇਸ ਨੂੰ ਬੋਲਦੇ ਆ ਕੈਪਿਲਰੀ ਐਕਸ਼ਨ। ਕੈਪਿਲਰੀ ਐਕਸ਼ਨ, ਜਿਸ ਤਰ੍ਹਾਂ ਸਾਡੇ ਕੋਲ ਦੀਵਾਲੀ ਵਾਲੇ ਦਿਨ ਅਸੀਂ ਦੀਵਾ ਬਾਲਦੇ ਆ, ਇੱਕ ਵੱਟੀ ਜਿਹੜੀ ਆ ਤੇਲ ਦੇ ਵਿੱਚ ਰੱਖਦੇ ਆ, ਉਸ ਵੱਟੀ ਦੇ ਵਿੱਚ ਛੋਟੇ ਛੋਟੇ ਪੋਰਸ ਹੁੰਦੇ ਨੇ, ਛੇਕ ਹੁੰਦੇ ਨੇ, ਉੱਥੋਂ ਜਿਹੜਾ ਤੇਲ ਹੈ ਆਪਣੇ ਆਪ ਤਾਂ ਚੜਦਾ ਜਾਂਦਾ ਹੈ, ਉਹ ਵੀ ਸਾਡਾ ਕੈਪਿਲਰੀ ਐਕਸ਼ਨ ਹੈ। ਜਦੋਂ ਅਸੀਂ ਨਹਾ ਕੇ ਬਾਹਰ ਨਿਕਲਦੇ ਹਾਂ ਤੇ ਅਸੀਂ ਟਾਵਲ ਦੇ ਨਾਲ ਅਸੀਂ ਜਿਹੜੀ ਆਪਣੀ ਬਾਡੀ ਨੂੰ ਪੂੰਝਦੇ ਹਾਂ, ਉਹ ਟਾਵਲ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਛੋਟੇ ਛੋਟੇ ਛੇਕ ਹੁੰਦੇ ਆ, ਉਹਦੇ ਨਾਲ ਪਾਣੀ ਉਹ ਸੋਕ ਲੈਂਦਾ ਹੈ। all this is capillary action ਤੇ ਇਹ ਹੈਗਾ height of liquid in the capillary tube. this is the height, two constant, T ਜਿਹੜਾ ਹੈ surface tension, ਇਹਦੀ dimension ਅਸੀਂ ਸ਼ਾਇਦ ਨਹੀਂ ਕੀਤੀ। surface tension it is a property of the liquid, ਇੱਕ liquid ਦੀ property ਹੈ ਜਿਹਦੇ ਕਰਕੇ ਉਹਦਾ top surface ਜਿਹੜਾ ਹੈ stretched membrane ਦਾ ਕੰਮ ਕਰਦਾ ਹੈ। ਕਈ ਵਾਰ ਤੁਸੀਂ ਦੇਖਿਆ ਹੋਣਾ ਛੋਟਾ ਜਿਹਾ ਕੀੜਾ ਹੈ, ਉਹ ਪਾਣੀ ਦੀ ਸਤਹ ਦੇ ਉੱਤੇ ਆ ਕੇ ਬੈਠ ਜਾਂਦਾ ਹੈ, ਹਲਕਾ ਜਿਹਾ ਕੋਈ ਮੱਖੀ ਹੈ, ਕੋਈ ਕੀੜਾ ਹੈ, ਪਾਣੀ ਦੀ ਸਤਹ ਦੇ ਉੱਪਰ ਆ ਕੇ ਬੈਠ ਜਾਂਦਾ ਹੈ। ਕਿਉਂ? ਕਿਉਂਕਿ ਉਹਦੀ ਜਿਹੜੀ ਟੌਪ ਸਰਫੇਸ ਹੈ, ਇਟ ਐਕਟ ਲਾਈਕ ਐ ਸਟ੍ਰੈਚਡ ਮੈਂਬਰਨ, ਉਸ ਨੂੰ ਬੋਲਦੇ ਆ ਸਰਫੇਸ ਟੈਂਸ਼ਨ। ਇਹਦੀ ਡਿਟੇਲ ਜਿਹੜੀ ਆ ਆਪਾਂ ਨੈਕਸਟ ਜਿਹੜੇ ਆਪਣਾ ਜਿਹੜੇ ਚੈਪਟਰਸ ਹੋਣਗੇ ਉਹਨਾਂ 'ਚ ਆਪਾਂ ਡਿਸਕਸ ਕਰਾਂਗੇ। ਇਟ ਇਜ਼ ਅ ਸਰਫੇਸ ਟੈਂਸ਼ਨ, cos ਥੀਟਾ, ਇਹਦੀ ਕੋਈ ਡਾਈਮੈਂਸ਼ਨ ਨਹੀਂ ਆਏਗੀ। R radius of the tube, rho density of the liquid, G acceleration due to gravity. ਇਹ ਸਾਰੀਆਂ ਟਰਮਸ ਜਿਹੜੀਆਂ ਨੇ ਨੂਮੈਰੀਕਲ ਦੇ ਵਿੱਚ ਤੁਹਾਨੂੰ ਪੂਰੀ ਸਟੇਟਮੈਂਟ 'ਚ ਗਿਵਨ ਹੋਣਗੀਆਂ। ਨਾਓ ਅਸੀਂ ਚੈੱਕ ਕਰਨਾ ਹੈ whether this formula is correct or not. Now what is the dimension of
ਹਾਈਟ ਦੀ ਡਾਈਮੈਂਸ਼ਨ m0 l1 ਤੇ ਸਾਡੇ ਕੋਲ ਆ ਗਈ t0। ਇਹਦੀ ਦੀ ਡਾਈਮੈਂਸ਼ਨ ਸਾਨੂੰ ਕਲੀਅਰ ਹੈ ਤੇ ਬਹੁਤ ਈਜ਼ੀ ਹੈ। ਹੁਣ ਇਹਨਾਂ ਸਾਰਿਆਂ ਦੀ ਡਾਈਮੈਂਸ਼ਨ ਪੁੱਟ ਕਰਕੇ ਦੇਖਾਂਗੇ ਕਿ ਇਹਦੇ ਇਕੁਅਲ ਆਉਂਦੀ ਹੈ ਕਿ ਨਹੀਂ ਆਉਂਦੀ। ਨਾਓ ਅਸੀਂ ਡਾਈਮੈਂਸ਼ਨ ਪੁੱਟ ਕਰਨ ਲੱਗੇ ਆ 2 ਦੀ ਕੋਈ ਨਹੀਂ, ਦਿਸ ਇਜ਼ ਸਰਫੇਸ ਟੈਂਸ਼ਨ। पहली का याद कर लो, सरफेस टेंशन का फार्मूला फोर्स पर यूनिट लेंथ। सरफेस टेंशन निकालने का फार्मूला फोर्स पर यूनिट लेंथ। फोर्स दी m1 l1 t -2 ते लेंथ दी थले आ गई l नाल साडे कोल l कैंसल, साडे कोल आएगा m1 l0 ते साडे कोल आ जाएगा t -2। दिस इज द सरफेस टेंशन फॉर dimension for surface tension। ਇਹ ਤੁਹਾਡੀ surface tension ਦੀ dimension ਹੈ m1 l0 t -2। ਇਹਦਾ ਫਾਰਮੂਲਾ ਕੀ ਹੁੰਦਾ ਹੈ? force per unit length। ਆਹ dimension ਅਸੀਂ ਇੱਥੇ ਪੁੱਟ ਕਰ ਦਾਂਗੇ। ਸਾਡੇ ਕੋਲ ਕੀ ਆਏਗਾ? t ਦੀ ਜਗ੍ਹਾ ਤੇ ਆ ਗਿਆ m1 l0 t -2। this is the dimension formula for t only divided by cos theta ਦੀ ਕੋਈ dimension ਨਹੀਂ। ਉਸ ਤੋਂ ਬਾਅਦ ਇਹਨੂੰ ਤੁਸੀਂ ਨੋਟ ਕਰ ਸਕਦੇ ਹੋ, ਥੱਲੇ ਆ ਗਿਆ r ਰੇਡੀਅਸ ਦਾ ਸਕੁਅਰ ਆ ਜਾਏਗਾ, ਰੋ ਡੈਂਸਿਟੀ ਦਾ ਫਾਰਮੂਲਾ ਮਾਸ ਪਰ ਯੂਨਿਟ ਵੋਲਿਊਮ। ਇਹਨਾਂ ਨੂੰ ਤੁਸੀਂ ਯਾਦ ਰੱਖੋ, t ਨਹੀਂ ਆਂਦਾ ਵਿੱਚ ਇਹਦੇ, t 0। g ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਵਾਸਤੇ ਵੀ ਸਾਨੂੰ ਪਤਾ ਕਿ m ਤੇ ਹੁੰਦਾ ਨਹੀਂ ਆ ਤੇ l ਉੱਤੇ 1 ਐਸ ਸਮ ਨੰਬਰ ਤੇ ਸਾਡੇ ਕੋਲ t ਉੱਤੇ ਜਿਹੜਾ ਆਏਗਾ -2। ਨਾਓ ਦਿਸ ਇਜ਼ ਦਾ ਫਾਰਮੂਲਾ। ਸਾਰੇ ਦੀ ਵੈਲਿਊ ਅਸੀਂ ਪੁੱਟ ਕਰਤੀ, ਇਹਨੂੰ ਆਪਾਂ ਸੋਲਵ ਕਰੀਏ। m1 ਤੇ ਆ ਵੀ m1 ਇਹ ਕੈਨਸਲ ਹੋ ਗਏ, ਇੱਥੇ ਵੀ 0 ਹੀ ਹੈ, ਸਾਡੇ ਕੋਲ ਕੈਨਸਲ ਹੋਣ ਤੋਂ ਬਾਅਦ m0 ਆਏਗਾ। l2 ਤੇ l1 ਇਕਾ ਹੋ ਗਿਆ, 2 ਤੇ 1 ਪਾਵਰ ਕਿੰਨੀ ਹੋ ਗਈ? 3 ਤੇ ਇੱਥੇ ਸਾਡੇ ਕੋਲ -3 ਹੈ, 3 - 3 ਸਾਡੇ ਕੋਲ ਕਿੰਨਾ ਹੋ ਗਿਆ? 0। ਤੇ ਉੱਪਰ ਵੀ ਸਾਡੇ ਕੋਲ ਜਿਹੜਾ ਹੈ 0 ਹੀ ਹੈ, ਸਾਡੇ ਕੋਲ ਆ ਗਿਆ l0 ਉੱਪਰ 0, l2 ਇਧਰੋਂ ਆ ਗਿਆ ਸਾਡੇ ਕੋਲ l1 l3 ਹੋ ਗਿਆ ਤੇ ਇਧਰੋਂ ਸਾਡੇ ਕੋਲ -3 ਸਾਡੇ ਕੋਲ ਆ ਗਿਆ ਵੀ l0। ਨਾਓ ਟਾਈਮ ਬਾਰੇ ਗੱਲ ਕਰੀਏ, t0 t -2 ਇਹ -2 ਤੇ ਇੱਥੇ ਵੀ ਸਾਡੇ ਕੋਲ -2 ਹੈ, ਕੈਨਸਲ ਹੋ ਗਿਆ। ਸਾਡੇ ਕੋਲ ਜਿਹੜੀ ਵੈਲਿਊ ਆਉਂਦੀ ਹੈ t ਦੀ -2 ਕੈਨਸਲ, ਇਟ ਵਿਲ ਬੀ ਇਕੁਅਲ ਟੂ t0। ਇਹਦੀ ਸਾਰੇ ਦੀ ਡਾਈਮੈਂਸ਼ਨ m0 l0 t0 ਹੈ ਤੇ ਇਹਦੀ ਡਾਈਮੈਂਸ਼ਨ m0 l1 t0 ਹੈ। ਹੁਣ ਲੈਫਟ ਹੈਂਡ ਸਾਈਡ ਦੀ ਡਾਈਮੈਂਸ਼ਨ ਰਾਈਟ ਹੈਂਡ ਸਾਈਡ ਦੀ ਡਾਈਮੈਂਸ਼ਨ ਦੇ ਇਕੁਅਲ ਨਹੀਂ ਆਈ। ਇਹਦਾ ਮਤਲਬ ਜਿਹੜਾ ਹੈ ਦਿਸ ਫਾਰਮੂਲਾ ਇਜ਼ ਡਾਈਮੈਂਸ਼ਨਲੀ ਇਨਕਰੈਕਟ। ਇਹ ਜਿਹੜਾ ਸਾਡਾ ਫਾਰਮੂਲਾ ਹੈ ਉਹ ਡਾਈਮੈਂਸ਼ਨਲੀ ਸਾਡਾ ਜਿਹੜਾ ਹੈ ਉਹ ਇਨਕਰੈਕਟ ਹੋ ਗਿਆ। ਦਿਸ ਫਾਰਮੂਲਾ ਇਜ਼ ਡਾਈਮੈਂਸ਼ਨਲੀ ਇਨਕਰੈਕਟ। ਨਾਓ ਇਸ ਤੋਂ ਬਾਅਦ ਪ੍ਰੋਬਲਮ ਨੰਬਰ ਅਸੀਂ ਜਿਹੜਾ ਹੈ ਡਿਸਕਸ ਕਰਾਂਗੇ 6 ਤੋਂ ਡਿਸਕਸ ਕਰਦੇ ਹਾਂ। ਇਹਨੂੰ ਰੱਬ ਕਰ ਲਗੇ, ਇਹਦੀ ਡਾਈਮੈਂਸ਼ਨ ਇਹਦੇ ਇਕੁਅਲ ਨਹੀਂ ਆਈ, ਇਸ ਕਰਕੇ ਇਹ ਫਾਰਮੂਲਾ ਜਿਹੜਾ ਹੈ ਡਾਈਮੈਂਸ਼ਨਲੀ ਜਿਹੜਾ ਹੈ ਇਨਕਰੈਕਟ ਹੈ। ਨਾਓ ਨੈਕਸਟ ਪ੍ਰੋਬਲਮ ਇਜ਼ ਪ੍ਰੋਬਲਮ ਨੰਬਰ 6। ਪਹਿਲਾਂ ਇਹਨੂੰ ਸੋਲਵ ਕਰ ਲੈਂਦੇ ਹਾਂ ਅਸੀਂ। ਇਸ ਫਾਰਮੂਲੇ ਦੇ ਵਿੱਚ ਸਾਨੂੰ ਗਿਵਨ ਹੈ ਕਿ ਇਹ ਫਾਰਮੂਲਾ ਜਿਹੜਾ ਹੈ ਡਾਈਮੈਂਸ਼ਨਲੀ ਕਰੈਕਟ ਹੈ। ਇਹਦੇ ਵਿੱਚ ਅਸੀਂ a ਤੇ b ਦੀ ਡਾਈਮੈਂਸ਼ਨ ਨਿਕਾਲਣੀ ਹੈ। ਇਸ ਤਰ੍ਹਾਂ ਦੇ ਕੁਝ ਪ੍ਰੋਬਲਮਸ ਜਿਹੜੀਆਂ ਮੈਂ ਲਾਸਟ ਲੈਕਚਰ ਦੇ ਵਿੱਚ ਵੀ ਡਿਸਕਸ ਕੀਤੀਆਂ। ਇਹਦੇ ਵਿੱਚ ਅਸੀਂ a ਤੇ b ਦੀ ਡਾਈਮੈਂਸ਼ਨ ਅਸੀਂ ਨਿਕਾਲਣੇ ਚਾਹੁੰਦੇ ਹਾਂ। ਪ੍ਰਿੰਸੀਪਲ ਆਫ ਹੋਮੋਜੀਨਿਟੀ ਦੇ ਅਕੋਰਡਿੰਗ ਅਸੀਂ ਕੀਤਾ ਸੀ ਕਿ ਲਾਈਕ ਕੁਆਂਟੀਟੀਜ਼ ਕੈਨ ਬੀ ਐਡਿਡ ਔਰ ਸਬਟਰੈਕਟਿਡ। ਇੱਕੋ ਜਿਹੀਆਂ ਕੁਆਂਟੀਟੀ ਨੂੰ ਅਸੀਂ ਐਡ ਕਰ ਸਕਦੇ ਹਾਂ, ਇੱਕੋ ਜਿਹੀਆਂ ਕੁਆਂਟੀਟੀ ਨੂੰ ਅਸੀਂ ਮਾਈਨਸ ਕਰ ਸਕਦੇ ਹਾਂ। Now this is volume, this is pressure, this is volume, this is number of mole, it is a gas constant, it is a temperature. Now V ਵਿੱਚੋਂ ਮਾਈਨਸ ਹੋਇਆ ਹੈ B,
V वॉल्यूम है, वॉल्यूम विचों सानू पता है वॉल्यूम ने ही माइनस होना है, ਇਹਦਾ मतलब B ਦੀ डायमेंशन ਕਿਹੜੀ ਹੋਏਗੀ, वॉल्यूम ਦੇ इक्वल होएगी। Why? Because like quantities can be added and subtracted. What is the dimension of B? Dimension of B will be equal to, ਸਾਡੇ ਕੋਲ dimension V ਦੇ equal ਆਏਗੀ ਤੇ ਕੀ ਦੇ equal ਆਏਗੀ, ਸਾਡੇ ਕੋਲ ਵੋਲਿਊਮ ਦੀ dimension L cube, M 0 ਲਗਾ ਦੋਗੇ ਤੇ T 0, it will become the dimension of B because volume ਵਿੱਚੋਂ ਮਾਈਨਸ ਹੋਣਾ ਹੈ ਵੋਲਿਊਮ ਨੇ। Now how to calculate the dimension of A? ਜੇ ਆ ਪ੍ਰੈਸ਼ਰ ਹੈ ਤੇ ਪ੍ਰੈਸ਼ਰ ਵਿੱਚੋਂ ਪ੍ਰੈਸ਼ਰ ਹੀ ਮਾਈਨਸ ਹੋਏਗਾ, ਇਹ ਕੱਲਾ ਪ੍ਰੈਸ਼ਰ ਨਹੀਂ ਹੈ, ਇਹ ਸਾਰੀ ਟਰਮ ਜਿਹੜੀ ਹੈ ਇਹ ਵੀ ਪ੍ਰੈਸ਼ਰ ਹੀ ਹੋਏਗੀ। ਇਹਦਾ ਮਤਲਬ ਡਾਈਮੈਂਸ਼ਨ ਜਿਹੜੀ ਹੈ, ਕਾਦੀ ਡਾਈਮੈਂਸ਼ਨ ਆਫ A over V square equal to, ਜਿਹੜੀ A over V square ਹੈ ਇਹਦੀ ਡਾਈਮੈਂਸ਼ਨ ਜਿਹੜੀ ਹੈ it will be equal to dimension of pressure, ਇੱਥੇ ਪੂਰਾ ਲਿਖ ਲਿਓ, dimension of pressure ਦੇ equal ਹੋਏਗੀ। ਇਹ ਪ੍ਰੈਸ਼ਰ ਲਿਖਿਆ ਮੈਂ। now A over V square equal to, what is the dimension formula for pressure ਦਾ formula force over area, ਉੱਪਰ ਆ ਜਾਏਗਾ ਸਾਡੇ ਕੋਲ M1 L, ਸਾਡੇ ਕੋਲ ਆ ਜਾਏਗਾ force over area, ਉੱਪਰ ਆ ਜਾਏਗਾ ਸਾਡੇ ਕੋਲ -1 ਤੇ T ਆ ਜਾਏਗਾ -2। this is the dimension formula for pressure ਦਾ formula M1 L -1 T -2। ਫੋਰਸ ਨੂੰ ਜਦੋਂ ਏਰੀਆ ਨਾਲ ਡਿਵਾਈਡ ਕਰੋਗੇ ਤੇ ਉੱਪਰ ਪਾਵਰ ਜਿਹੜੀ ਹੈ -1 ਹੋ ਜਾਏਗੀ। ਨਾਓ ਡਾਈਮੈਂਸ਼ਨ ਅਸੀਂ A ਦੀ ਨਿਕਾਲਣੀ ਹੈ, A ਇੱਧਰ ਰਹਿ ਗਿਆ, ਵੋਲਿਊਮ ਉੱਪਰ ਲੈ ਜਾਓ। ਨਾਓ ਦਿਸ ਇਜ਼ M1 L -1 T -2 ਤੇ ਨਾਲ ਮਲਟੀਪਲਾਈ ਹੋ ਜਾਏਗਾ L ਕਿਊਬ ਤੇ ਉੱਪਰ ਸਾਡੇ ਕੋਲ ਵੋਲਿਊਮ ਦੀ L ਕਿਊਬ ਤੇ ਉੱਪਰ ਸਕੁਅਰ ਵੀ ਹੈਗਾ, ਇੱਥੇ ਸਕੁਅਰ ਆਏਗਾ ਤੇ 3 2 ਦਾ ਸਾਡੇ ਕੋਲ ਆ ਜਾਏਗਾ 6, it will be M1 L -1 T -2, ਅੱਗੇ ਆ ਜਾਏਗਾ ਸਾਡੇ ਕੋਲ L ਦੀ ਪਾਵਰ 6, ਇਹਨੂੰ ਅਸੀਂ ਹੋਰ ਸੋਲਵ ਕਰਾਂਗੇ, ਸਾਡੇ ਕੋਲ ਆਏਗਾ M1 L ਵਾਲੀ ਟਰਮਾਂ ਇਕੱਠੀਆਂ ਕਰ ਲਓ, 6 ਵਿੱਚੋਂ 1 ਗਏ, ਸਾਡੇ ਕੋਲ ਆ ਜਾਏਗਾ L ਦੀ ਪਾਵਰ 5 ਤੇ T ਦੀ ਪਾਵਰ -2। this is the dimension of A, ਇਹ ਸਾਡੀ A ਦੀ ਡਾਈਮੈਂਸ਼ਨ ਆ ਜਾਏਗੀ। ਜਦੋਂ ਵੀ ਸਾਨੂੰ ਕਿਸੇ ਵੀ ਕਨਸਟੈਂਟ ਦੀ ਡਾਈਮੈਂਸ਼ਨ ਕਹੀ ਜਾਵੇ, याद रखना है प्रिंसिपल ऑफ होमोजेनिटी के अकॉर्डिंग ही चलना है कि लाइक क्वांटिटी दे विचों लाइक क्वांटिटी ही ऐड होनी है ते सबट्रैक्ट भी विचों ही असी कर सकते हैं, मास विचों मास ऐड कर सकते हैं, माइनस कर सकते हैं, वेलोसिटी चों वेलोसिटी, प्रेशर विचों प्रेशर एटसेट्रा। नाउ कम टू नेक्स्ट प्रॉब्लम। इस प्रॉब्लम दे विच देखो तुसी एक नवा साइन देख रहे हो, ਇਹ ਜਿਹੜਾ ਸਾਈਨ ਹੈ ਇੰਟੈਗ੍ਰੇਸ਼ਨ ਦਾ ਸਾਈਨ ਹੈ। ਇਸ ਵਰਡ ਨੂੰ ਅਸੀਂ ਬੋਲਦੇ ਹਾਂ ਇੰਟੈਗ੍ਰੇਸ਼ਨ। ਇਹ ਸਾਡੀ ਫਿਜ਼ਿਕਸ ਦੇ ਵਿੱਚ ਇਹਦਾ ਬਹੁਤ ਹੀ ਯੂਜ਼ ਹੈ। ਹਲੇ ਅਸੀਂ ਪੂਰੇ ਮੈਥਮੈਟੀਕਲ ਟੂਲ ਨਹੀਂ ਪੜ੍ਹੇ, ਅਸੀਂ ਪਹਿਲਾਂ 2 ਲੈਕਚਰ ਮੈਂ ਤੁਹਾਨੂੰ ਸੈਂਡ ਕੀਤੇ ਸੀ ਮੈਥਮੈਟੀਕਲ ਟੂਲ ਦੇ ਉੱਪਰ, ਜਿਹਦੇ ਵਿੱਚ ਅਸੀਂ ਸਿਰਫ ਤੇ ਸਿਰਫ ਸਟ੍ਰੇਟ ਲਾਈਨਸ ਬਾਰੇ ਸਾਰਾ ਆਪਾਂ ਡਿਸਕਸ ਕੀਤਾ ਸੀ। ਹਲੇ ਇਹਨਾਂ ਦੀ ਜਿੱਥੇ ਲੋੜ ਪਏਗੀ ਪਹਿਲਾਂ ਉਸ ਤੋਂ ਪਹਿਲਾਂ ਇਸ ਨੂੰ ਸਾਰੇ ਨੂੰ ਡਿਸਕਸ ਕਰਾਂਗੇ, ਇਹਦੇ ਉੱਪਰ ਸਮ ਵੀ ਨਿਕਾਲਾਂਗੇ। ਨਾਓ ਹਲੇ ਯਾਦ ਰੱਖਣਾ ਹੈ ਦਿਸ ਇਜ਼ ਅ ਸਾਈਨ ਆਫ ਇੰਟੈਗ੍ਰੇਸ਼ਨ। ਨਾਓ dx ਇੱਕ ਸਿੰਗਲ ਟਰਮ ਹੈ, d ਵੱਖਰਾ ਨਹੀਂ ਪੜਨਾ, x ਵੱਖਰਾ ਨਹੀਂ ਹੈ। ਜਿਸ ਤਰ੍ਹਾਂ ਅਸੀਂ ਬੋਲੋਗੇ 21, ਇਹ 2 ਤੇ 1 ਵੱਖਰੇ ਨਹੀਂ ਹੈ, ਇਹ 21 ਹੈ, ਇੱਕ ਸਿੰਗਲ ਹੈ 21। ਇਹਨੂੰ ਵੀ ਅਸੀਂ ਇਕੱਠਾ ਹੀ ਪੜਨਾ ਹੈ dx। ਇਹਨੂੰ ਬੋਲਦੇ ਆ ਚੇਂਜ ਇਨ पोजीशन या चेंज इन डिस्प्लेसमेंट। D जिथे लगा होएगा ਉਹਦਾ ਮਤਲਬ स्मॉल चेंज इन डिस्प्लेसमेंट। नाउ ਇਹ ਸਾਈਨ ਜਿਹੜਾ ਹੈ ਇੰਟੈਗ੍ਰੇਸ਼ਨ ਦਾ ਹੈ, ਇਹਦਾ ਮਤਲਬ ਹੁੰਦਾ ਹੈ ਕਿ स्मॉल चेंज इन डिस्प्लेसमेंट। ਜੇ ਲਿਖਿਆ ਹੋਵੇ dt ਇਹਦਾ ਮਤਲਬ ਹੋਏਗਾ स्मॉल चेंज इन टाइम। ਜੇ ਲਿਖਿਆ ਹੋਏਗਾ ਅਸੀਂ ਲਿਖ ਦਿੰਦੇ ਆ dx स्मॉल चेंज इन डिस्टेंस, ਜੋ ਮਰਜ਼ੀ ਅਸੀਂ ਦੀ ਜਗ੍ਹਾ ਤੇ ਲਿਖ ਸਕਦੇ ਹਾਂ। Now in this problem ਅਸੀਂ ਚੈੱਕ ਕਰਨਾ ਹੈ whether this formula is dimensionally correct or not. What is A and what is X?
एक ही चीज है। मान लो भी ये साडे कोल एक पेंडुलम है, जिस तरह घड़ी का पेंडुलम, इस नूं वध तो वध मैं इस पोजीशन ते लै गया साइड ते, इस नूं बोलदे आ एक्सट्रीम पोजीशन। ਜਦੋਂ ਛੱਡਾਂਗਾ ਤੇ ਇਹ ਵਾਪਸ ਆਏਗਾ ਪਹਿਲਾਂ ਇੱਥੇ, ਇਹ ਦੀ ਮੀਨ ਪੋਜੀਸ਼ਨ ਹੈ। ਡਿਊ ਟੂ ਇਨਰਸ਼ੀਆ ਆਫ ਮੋਸ਼ਨ ਇੱਥੇ ਰੁਕੇਗਾ ਨਹੀਂ, ਇੱਥੇ ਚੱਲ ਜਾਏਗਾ। ਆ ਵੀ ਇਹਦੀ ਐਕਸਟ੍ਰੀਮ ਪੋਜੀਸ਼ਨ ਹੈ। ਇਹਦਾ ਮਤਲਬ ਜਦੋਂ ਪੈਂਡੂਲਮ ਜਿਹੜਾ ਹੈ ਉਹ ਵਾਈਬ੍ਰੇਟ ਕਰ ਰਿਹਾ, ਔਸੀਲੇਟ ਕਰ ਰਿਹਾ, ਔਸੀਲੇਸ਼ਨ ਦੇ ਵਿੱਚ ਧਿਆਨ ਰੱਖਣਾ ਹੈ ਦੋ ਐਕਸਟ੍ਰੀਮ, ਇੱਕ ਉਹਦੀ ਮੀਨ ਪੋਜੀਸ਼ਨ ਹੈ, ਤੇ ਹੌਲੀ ਹੌਲੀ ਕਰਕੇ ਇਹਨੇ ਆਪਣੀ ਮੀਨ ਪੋਜੀਸ਼ਨ ਤੇ ਆ ਕੇ ਰੁਕ ਜਾਣਾ। इथों लैके ते एक्सट्रीम पोजीशन तक जेड़ा है डिस्प्लेसमेंट कीता, इस नूं बोलदे आ ए, दिस इज अ मैक्सिमम डिस्प्लेसमेंट फ्रॉम मीन पोजीशन। एंड व्हाट इज एक्स? जदों इथों मैं छड्डता हाले इत्थे पहुंचिया, मीन पोजीशन तो हुण कितना दूर है, हुण कितना दूर है, यह भी डिस्प्लेसमेंट ही है लेकिन यह मैक्सिमम नहीं है। ए साडी मैक्सिमम डिस्प्लेसमेंट है मीन तो एक्सट्रीम तक, ਤੇ ਜਿਹੜੀ x ਹੈ ਐਟ ਐਨੀ ਟਾਈਮ ਦੇ ਉੱਤੇ ਉਹਦੀ ਮੀਨ ਪੋਜੀਸ਼ਨ ਤੋਂ ਡਿਸਪਲੇਸਮੈਂਟ ਉਹਦੀ ਕਿੰਨਾ ਦੂਰ ਹੈ। ਉਹ ਨਾਓ ਹੈਗੀ ਆ ਵੀ ਡਿਸਪਲੇਸਮੈਂਟ ਹੈ, ਇਹ ਵੀ ਡਿਸਪਲੇਸਮੈਂਟ ਹੀ ਹੈ। ਨਾਓ ਚੈੱਕ ਕਰੀਏ ਕਿ ਵੈਦਰ ਦਿਸ ਫਾਰਮੂਲਾ ਇਜ਼ ਡਾਈਮੈਂਸ਼ਨਲੀ ਕਰੈਕਟ ਔਰ ਨਾਟ। ਅਸੀਂ ਪਹਿਲਾਂ ਲੈਫਟ ਹੈਂਡ ਸਾਈਡ ਦੀ ਡਾਈਮੈਂਸ਼ਨ ਜਿਹੜੀ ਹੈ ਨਿਕਾਲਾਂਗੇ। ਲੈਫਟ ਹੈਂਡ ਸਾਈਡ ਤੇ ਸਾਡੇ ਕੋਲ ਕੀ ਹੈ, ਇੰਟੈਗ੍ਰੇਸ਼ਨ, ਉੱਪਰ dx ਹੈ a² - x²। ਇਹਦੀ ਡਾਈਮੈਂਸ਼ਨ ਕਿੰਨੀ ਹੋਏਗੀ, ਇਹ ਮੈਂ ਕੀ ਦੱਸਿਆ ਸੀ, ਚੇਂਜ ਇਨ ਡਿਸਪਲੇਸਮੈਂਟ, ਇਹ ਸਮਾਲ ਚੇਂਜ ਇਨ ਡਿਸਪਲੇਸਮੈਂਟ ਹੈ। ਇਹਦੀ ਆ ਗਈ ਲੈਂਥ, ਕਿਉਂਕਿ ਡਿਸਪਲੇਸਮੈਂਟ ਹੈ, ਇਟ ਇਜ਼ l। ਨਾਓ ਵਾਟ ਇਜ਼ ਦਿਸ, ਮੈਕਸਿਮਮ ਡਿਸਪਲੇਸਮੈਂਟ, ਇਹਨੂੰ ਐਂਪਲੀਟਿਊਡ ਬੋਲਦੇ ਆ। ਇਹ ਵੀ ਡਿਸਪਲੇਸਮੈਂਟ, ਤੁਹਾਨੂੰ ਪਤਾ ਹੈ ਕਿ ਡਿਸਪਲੇਸਮੈਂਟ ਵਿੱਚੋਂ ਹਮੇਸ਼ਾ ਡਿਸਪਲੇਸਮੈਂਟ ਹੀ ਮਾਈਨਸ ਹੋਏਗੀ, ਉਹਦਾ ਸਕੁਅਰ ਹੈ ਤਾਂ ਉਹਦਾ ਵੀ ਸਕੁਅਰ ਦੇਖੋ। like quantities can be added or subtracted. Now ਇਹਦੀ ਡਾਈਮੈਂਸ਼ਨ l², ਇਹਦੀ ਡਾਈਮੈਂਸ਼ਨ ਵੀ l²। ਅਸੀਂ ਪੜਿਆ ਸੀ ਕਿ ਜੇਕਰ l ਵਿੱਚੋਂ ਮਾਈਨਸ ਕਰੀਏ l ਤੇ ਸਾਡੇ ਕੋਲ l ਹੀ ਆਏਗਾ, ਲੈਂਥ ਚੋਂ ਲੈਂਥ ਮਾਈਨਸ ਕਰੋਗੇ ਤੇ ਲੈਂਥ ਹੀ ਆਏਗਾ, ਜੇ l² ਵਿੱਚੋਂ l² ਮਾਈਨਸ ਕਰੋਗੇ ਸਾਡੇ ਕੋਲ l² ਹੀ ਆਏਗਾ। ਇਹਦਾ ਮਤਲਬ ਨੀਚੇ ਵਾਲੀ ਡਾਈਮੈਂਸ਼ਨ ਜਿਹੜੀ ਆ ਗਈ ਸਾਡੇ ਕੋਲ l² ਤੇ ਉੱਪਰ ਸਾਡੇ ਕੋਲ ਆ ਗਿਆ ਸਕੁਅਰ ਰੂਟ। ਇਹ ਉੱਪਰ ਨਾਲ ਦੇਖੋ ਸਕੁਅਰ ਰੂਟ ਹੈ, ਇਹ ਇੱਕ ਸਾਈਨ ਹੈ, ਇਹਦੀ ਕੋਈ ਡਾਈਮੈਂਸ਼ਨ ਨਹੀਂ। ਨਾਓ ਦਿਸ ਇਜ਼ l1। ਸਕੁਅਰ ਨਾਲ ਤੁਹਾਨੂੰ ਪਤਾ ਹੈ ਕਿ ਜਿਹੜਾ ਸਕੁਅਰ ਰੂਟ ਕੈਨਸਲ ਹੋ ਗਿਆ, ਸਾਡੇ ਕੋਲ ਰਹਿ ਗਿਆ l1। ਨਾਓ l ਨਾਲ l ਵੀ ਕੈਨਸਲ ਹੋ ਗਿਆ ਤੇ ਸਾਡੇ ਕੋਲ ਆ ਗਿਆ m0 l0 ਤੇ ਸਾਡੇ ਕੋਲ ਆ ਗਿਆ t0। ਦਿਸ ਇਜ਼ ਦਾ ਡਾਈਮੈਂਸ਼ਨ ਆਫ ਲੈਫਟ ਹੈਂਡ ਸਾਈਡ। ਲੈਫਟ ਹੈਂਡ ਸਾਈਡ ਦੀ ਡਾਈਮੈਂਸ਼ਨ ਕੋਈ ਵੀ ਨਹੀਂ ਆਈ, m0 l0 t0 ਆ ਗਈ। ਨਾਓ ਡਾਈਮੈਂਸ਼ਨ ਅਸੀਂ ਜਿਹੜੀ ਹੈ ਨਿਕਾਲਾਂਗੇ ਰਾਈਟ ਹੈਂਡ ਸਾਈਡ ਦੀ। ਨਾਓ ਡਾਈਮੈਂਸ਼ਨ ਆਫ ਰਾਈਟ ਹੈਂਡ ਸਾਈਡ, ਰਾਈਟ ਹੈਂਡ ਸਾਈਡ ਤੇ ਸਾਡੇ ਕੋਲ 1/a ਸਾਈਨ ਇਨਵਰਸ a/x। 1 ਦੀ ਕੋਈ ਡਾਈਮੈਂਸ਼ਨ ਨਹੀਂ ਹੈ। ਥੱਲੇ ਆ ਗਿਆ ਸਾਡੇ ਕੋਲ ਡਿਸਪਲੇਸਮੈਂਟ, ਡਿਸਪਲੇਸਮੈਂਟ ਦੀ ਆ ਗਈ ਸਾਡੇ ਕੋਲ l1। ਨਾਓ ਦਿਸ ਇਜ਼ ਸਾਈਨ ਇਨਵਰਸ। ਸਾਈਨ ਇਨਵਰਸ ਜਿਹੜਾ ਹੈ ਐਂਗਲ, ਇਹਦੀ ਕੋਈ ਵੀ ਸਾਨੂੰ ਪਤਾ ਹੈ ਡਾਈਮੈਂਸ਼ਨ ਜਿਹੜੀ ਹੈ ਨਹੀਂ ਹੁੰਦੀ। ਇੱਥੇ ਵੀ a, ਇੱਥੇ ਵੀ x, ਲੈਂਥ ਥੱਲੇ ਵੀ ਲੈਂਥ ਹੈ, ਲੈਂਥ ਨਾਲ ਲੈਂਥ ਜਿਹੜੀ ਹੈ ਉਹ ਡਿਵਾਈਡ ਹੋ ਗਈ, ਸਾਡੇ ਕੋਲ ਇਹਦੀ ਵੀ ਕੋਈ ਡਾਈਮੈਂਸ਼ਨ ਨਹੀਂ ਮਿਲੇਗੀ। ਸਾਡੇ ਕੋਲ ਸਿਰਫ ਤੇ ਸਿਰਫ ਆਈ 1/l। ਇਹਨੂੰ ਸੋਲਵ ਕਰੋਗੇ ਤੇ m0, l ਉੱਪਰ ਜਾ ਕੇ -1 ਤੇ t ਸਾਡੇ ਕੋਲ ਆ ਜਾਏਗਾ 0। ਲੈਫਟ ਹੈਂਡ ਸਾਈਡ ਦੀ ਡਾਈਮੈਂਸ਼ਨ ਸੀਗੀ m0 l0 t0, ਪਰ ਇਹਦੀ ਡਾਈਮੈਂਸ਼ਨ -1 ਚ ਆ ਰਹੀ ਹੈ। ਇਹਦਾ ਮਤਲਬ ਇਹ ਫਾਰਮੂਲਾ ਜਿਹੜਾ ਹੈ incorrect है। this formula is dimensionally incorrect। ਇਹਦੀ ਜਿਹੜੀ ਹੈ ਡਾਈਮੈਂਸ਼ਨ ਆ ਰਹੀ ਹੈ, ਇਸ ਕਰਕੇ ਇਹ ਫਾਰਮੂਲਾ dimensionally incorrect ਹੈ। now the last problem ਜਿਹੜੀ ਹੈ, ਇਸ ਪ੍ਰੋਬਲਮ ਦੇ ਵਿੱਚ ਅਸੀਂ ਜਿਹੜਾ ਹੈ ਡਾਈਮੈਂਸ਼ਨ n ਦੀ ਡਾਈਮੈਂਸ਼ਨ ਨਿਕਾਲਣੀ ਹੈ। ਇਹ ਧਿਆਨ ਨਾਲ ਦੇਖੋ, ਬਾਕੀ ਮੈਂ ਸਾਰੇ ਜਿਹੜੇ ਨੇ ਉਹ ਰੱਬ ਕਰ ਦੇਣਾ ਹੈ। now this is the last sum।
ਇਹਦੇ ਵਿੱਚੋਂ ਤੁਸੀਂ ਆਪ ਦੱਸੋ ਜਿਹੜਾ ਇੱਥੇ ਪਾਵਰ ਪਾਈ ਹੈ ਮੈਂ n, ਇਹਦੀ ਡਾਈਮੈਂਸ਼ਨ ਦੱਸੋ ਕਿੰਨੀ ਹੋਏਗੀ। ਇਸ ਦੀ ਡਾਈਮੈਂਸ਼ਨ ਦੱਸਣੀ ਹੈ। ਜੇ n ਦੀ ਡਾਈਮੈਂਸ਼ਨ ਨਿਕਾਲਣੀ ਹੈ, ਲੈਫਟ ਹੈਂਡ ਸਾਈਡ ਦੀ ਡਾਈਮੈਂਸ਼ਨ ਨੂੰ ਰਾਈਟ ਹੈਂਡ ਸਾਈਡ ਦੇ ਇਕੁਅਲ ਕਰੀਏ। ਨਾਓ what is dx, a length divided by length into length, length ਨੂੰ length ਨਾਲ ਮਲਟੀਪਲਾਈ ਕਰਾਂਗੇ ਤੇ ਸਾਡੇ ਕੋਲ length ਦਾ ਸਕੁਅਰ ਆਏਗਾ। ਇਹ ਵੀ ਸਕੁਅਰ ਹੈ, ਉੱਪਰ ਅੰਡਰ ਰੂਟ ਵੀ ਹੈ, ਹੁਣੇ ਸੋਲਵ ਕੀਤਾ। ਸਾਡੇ ਕੋਲ ਨੀਚੇ ਜਿਹੜਾ L1 ਹੀ ਰਹੇਗਾ ਕਿਉਂਕਿ L ਸਕੁਅਰ ਅੰਡਰ ਰੂਟ ਦੇ ਨਾਲ ਸਕੁਅਰ ਕੈਂਸਲ। ਸਾਡੇ ਕੋਲ ਡਾਈਮੈਂਸ਼ਨ ਆ ਗਈ m0 L0 ਤੇ ਸਾਡੇ ਕੋਲ ਆ ਗਿਆ t ਵੀ ਸਾਡੇ ਕੋਲ 0 ਹੈ। ਇਹ ਡਾਈਮੈਂਸ਼ਨ ਹੈ ਸਾਡੀ ਲੈਫਟ ਹੈਂਡ ਸਾਈਡ ਦੀ। ਨਾਓ ਸਾਈਨ ਇਨਵਰਸ ਇਹਦੀ ਕੋਈ ਡਾਈਮੈਂਸ਼ਨ ਨਹੀਂ ਹੈ। ਵੈਸੇ ਵੀ ਚੈੱਕ ਕਰੋ, ਲੈਂਥ ਓਵਰ ਲੈਂਥ, ਲੈਂਥ ਨਾਲ ਲੈਂਥ ਜਿਹੜੀ ਹੈ ਉਹ ਕੈਂਸਲ ਹੋ ਗਈ। ਬਾਕੀ ਰਹਿ ਗਿਆ a ਹੈ ਲੈਂਥ, ਇਧਰੋਂ ਆ ਗਿਆ ਲੈਂਥ, ਉੱਤੇ ਪਾਵਰ ਆ ਗਈ ਸਾਡੇ ਕੋਲ n। a is the maximum amplitude, ਇਹਦੀ ਡਾਈਮੈਂਸ਼ਨ ਸਾਡੇ ਕੋਲ l ਆ ਗਈ, ਉੱਪਰ ਪਾਵਰ n। ਨਾਓ ਇਧਰ ਵੀ ਇਹ ਦੋਨੋਂ ਇਕੁਏਸ਼ਨਾਂ ਇਕੁਅਲ ਨੇ। ਜੇ ਦੋਨੋਂ ਇਕੁਏਸ਼ਨਾਂ ਇਕੁਅਲ ਹੈ, ਇੱਥੇ l ਦੀ ਪਾਵਰ 0 ਹੈ, ਇੱਥੇ l ਦੀ ਪਾਵਰ n ਹੈ, ਇਹਦਾ ਮਤਲਬ n ਦੀ ਜਿਹੜੀ ਸਾਡੀ ਵੈਲਿਊ ਆਏਗੀ ਉਹ 0 ਦੇ ਇਕੁਅਲ ਆਏਗੀ। ਜੇ ਲੈਫਟ ਹੈਂਡ ਸਾਈਡ ਦੀ ਡਾਈਮੈਂਸ਼ਨ ਰਾਈਟ ਹੈਂਡ ਸਾਈਡ ਦੇ ਇਕੁਅਲ ਗਿਵਨ ਹੈ, ਦੈਨ ਪਾਵਰ ਨੂੰ ਇਕੁਏਟ ਕਰ ਲਓ। l ਦੇ ਉੱਪਰ n ਹੈ, ਇੱਥੇ l ਉੱਪਰ 0 ਹੈ, ਇਹਦਾ ਮਤਲਬ n ਦੀ ਜਿਹੜੀ ਵੈਲਿਊ ਹੈ that will be equal to 0, ਕਿਉਂਕਿ ਇੱਥੇ ਅਸੀਂ ਲਿਖ ਸਕਦੇ ਹਾਂ t ਵੀ 0 ਹੈ, ਸਾਡੇ ਕੋਲ ਇੱਥੇ ਮਾਸ ਵੀ 0 ਹੈ। ਇਹਦਾ ਮਤਲਬ ਡਾਈਮੈਂਸ਼ਨ ਜਿਹੜੀ ਹੈ ਸਿਰਫ ਤੇ ਸਿਰਫ l ਕਰਕੇ ਆਏਗੀ, n ਦੀ ਵੈਲਿਊ ਸਾਡੀ ਆ ਗਈ 0। So you can solve similar so many problems and check whether the formula is dimensionally correct or incorrect. Now in the next lecture we will discuss the derivation of the formula with the help of dimension analysis. I hope कि ਤੁਹਾਨੂੰ ਅੱਜ ਦਾ ਲੈਕਚਰ ਜਿਹੜਾ ਹੈ ਉਹ ਕਲੀਅਰ ਹੋ ਗਿਆ ਹੋਵੇਗਾ। Thank you.